ਅੱਜ ਆਪਾਂ ਜਿਹੜੀ ਪੋਇਮ ਪੜ੍ਹੀ ਸੀਗੀ ਦਾ ਕਰੈਕਟਰ ਆਫ ਆ ਹੈਪੀ ਮੈਨ, ਉਹਦੇ ਆਪਾਂ ਪ੍ਰਸ਼ਨ ਉੱਤਰ ਕਰਾਂਗੇ। ਬੈਕ ਐਕਸਰਸਾਈਜ਼ 'ਚ ਜਿਹੜੇ ਸਾਨੂੰ ਪ੍ਰਸ਼ਨ ਦਿੱਤੇ ਨੇ ਉਹਨਾਂ ਨੂੰ ਸੋਲਵ ਕਰਾਂਗੇ। ਤੁਸੀਂ ਆਪਣੀ ਨੋਟਬੁੱਕ ਚੱਕਣੀ ਆ, ਨਾਲ ਨਾਲ ਪ੍ਰਸ਼ਨ ਨੂੰ ਸਮਝਣਾ ਵੀ ਆ ਅਤੇ ਨਾਲ ਆਪਣੀ ਨੋਟਬੁੱਕ 'ਤੇ ਨੋਟ ਵੀ ਕਰੀ ਜਾਣਾ। ਪਹਿਲਾ ਪ੍ਰਸ਼ਨ ਹੈ, ਵਟ ਡਜ਼ ਦਾ ਪੋਇਟ ਵਾਂਟ ਟੂ ਸੇ ਇਨ ਦਾ ਪੋਇਮ। ਪ੍ਰਸ਼ਨ ਦਾ ਮਤਲਬ ਹੋਇਆ ਕਿ ਜਿਹੜਾ ਕਵੀ ਹੈ ਉਹ ਇਸ ਕਵਿਤਾ ਵਿੱਚ ਕੀ ਕਹਿਣਾ ਚਾਹੁੰਦਾ। ਹੁਣ ਆਪਾਂ ਇਹਦਾ ਉੱਤਰ ਕਰਦੇ ਹਾਂ। ਇਨ ਦਿਸ ਪੋਇਮ ਦ ਪੋਇਟ ਵਾਂਟਸ ਟੂ ਟੈਲ ਅਸ ਅਬਾਊਟ ਦਾ ਕਰੈਕਟਰ ਆਫ ਅ ਟਰੂਲੀ ਹੈਪੀ ਮੈਨ। ਕਹਿੰਦਾ ਇਸ ਕਵਿਤਾ 'ਚ ਜਿਹੜਾ ਕਵੀ ਹੈ ਉਹ ਸਾਨੂੰ ਇੱਕ ਸੱਚਮੁੱਚ ਜਾਂ ਅਸਲ ਦੇ ਵਿੱਚ ਜਿਹੜਾ ਆਦਮੀ ਖੁਸ਼ ਹੈ ਉਹਦਾ ਸਾਨੂੰ ਚਰਿੱਤਰ ਦੱਸਣਾ ਚਾਹੁੰਦਾ ਹੈ, ਵੀ ਉਹ ਕਿਉਂ ਖੁਸ਼ ਹੈ, ਉਹਦਾ ਕਰੈਕਟਰ ਕੀ ਹੈ, ਉਹਦਾ ਚਰਿੱਤਰ ਕੀ ਹੈ। ਅੱਗੇ ਹੀ ਹੈਜ਼ ਮੈਂਸ਼ਨਡ ਸਮ ਕੁਆਲਿਟੀਜ਼ ਆਫ ਅ ਟਰੂਲੀ ਹੈਪੀ ਮੈਨ ਇਨ ਦਿਸ ਪੋਇਮ। ਮੈਂਸ਼ਨਡ ਦਾ ਮਤਲਬ ਹੁੰਦਾ ਦੱਸੀਆਂ, ਲਿਖੀਆਂ। ਕਵੀ ਨੇ ਇਸ ਆਪਣੀ ਕਵਿਤਾ ਦੇ ਵਿੱਚ ਉਸ ਦੀਆਂ ਕੁਝ ਕੁ ਕੁਆਲਿਟੀਜ਼ ਜਿਹੜੀਆਂ ਉਸ ਹੈਪੀ ਮੈਨ 'ਚ ਕੁਆਲਿਟੀਜ਼ ਨੇ ਉਹਨਾਂ ਨੂੰ ਇਸ ਪੋਇਮ ਦੇ ਵਿੱਚ ਦੱਸਿਆ ਗਾ, ਅਤੇ ਅੱਗੇ ਸਾਨੂੰ ਇਹ ਦੱਸਿਆ ਵੀ ਇਹਨਾਂ ਕੁਆਲਿਟੀਜ਼ ਕਰਕੇ ਹੀ ਉਹ ਜਿਹੜਾ ਮੈਨ ਆ ਉਹ ਖੁਸ਼ ਹੈ। ਦੂਜਾ ਪ੍ਰਸ਼ਨ ਆ ਗਿਆ, ਰਾਈਟ ਅ ਨੋਟ ਔਨ ਦਾ ਸੈਂਟਰਲ ਆਈਡੀਆ ਆਫ ਦਾ ਪੋਇਮ। ਸੈਂਟਰਲ ਆਈਡੀਆ ਮਤਲਬ ਕੇਂਦਰੀ ਭਾਵ। ਜਿਹੜੀ ਪੋਇਮ ਆ ਕਵਿਤਾ ਉਹਦਾ ਕੇਂਦਰੀ ਭਾਵ ਕੀ ਹੈ। ਦਾ ਸੈਂਟਰਲ ਆਈਡੀਆ ਆਫ ਦਿਸ ਪੋਇਮ ਇਜ਼ ਦੈਟ ਅ ਟਰੂਲੀ ਹੈਪੀ ਮੈਨ ਇਜ਼ ਹੀ। ਕਹਿੰਦਾ ਇਸ ਪੋਇਮ ਦਾ ਕੇਂਦਰੀ ਭਾਵ ਹੈ ਕਿ ਜਿਹੜਾ ਅਸਲ ਦੇ ਵਿੱਚ ਖੁਸ਼ ਆਦਮੀ ਹੈ ਉਹ ਕੌਣ ਆ, ਉਹ ਖੁਸ਼ ਇਜ਼ ਹੀ ਹੂ ਇਜ਼ ਕੰਟੈਂਟਡ। ਕੰਟੈਂਟਡ ਦਾ ਮਤਲਬ ਹੁੰਦਾ ਸੰਤੁਸ਼ਟ, ਵੀ ਜਿੰਨਾ ਕੁਛ ਉਹਦੇ ਕੋਲ ਹੈਗਾ ਉਹਦੇ ਵਿੱਚ ਹੀ ਖੁਸ਼ ਹੈ ਉਹ। ਵਿਦ ਵਟ ਹੀ ਹੈਜ਼, ਜਿੰਨਾ ਕੁਛ ਉਹਦੇ ਕੋਲ ਹੈਗਾ ਉਹਦੇ 'ਚ ਉਹ ਸੰਤੁਸ਼ਟ ਹੈ। ਹੀ ਇਜ਼ ਦਾ ਮਾਸਟਰ ਆਫ ਹਿਜ਼ ਓਨ ਵਿਲ। ਵਿਲ ਹੁੰਦੀ ਹੈ ਇੱਛਾ, ਉਹ ਆਪਣੇ ਆਪ ਦਾ ਹੀ ਮਾਲਕ ਹੈ। ਜਿਵੇਂ ਕਿ ਆਪਾਂ ਕਵਿਤਾ 'ਚ ਵੀ ਪੜ੍ਹਿਆ ਸੀ ਵੀ ਭਾਵੇਂ ਉਹ ਜ਼ਮੀਨਾਂ ਦਾ ਮਾਲਕ ਨਾ ਹੋਵੇ ਪਰ ਉਹ ਆਪਣੇ ਆਪ ਦਾ ਹੀ ਮਾਲਕ ਹੈ, ਉਹ ਕਿਸੇ ਦੀ ਗੁਲਾਮੀ ਨਹੀਂ ਕਰਦਾ। ਹੀ ਪ੍ਰੇਜ਼ ਟੂ ਗੋਡ ਟੂ ਗੈਟ ਹਿਜ਼ ਗਰੇਸ। ਗਰੇਸ ਦਾ ਮਤਲਬ ਹੁੰਦਾ ਕਿਰਪਾ। ਉਹ ਪਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਕਿ ਪਰਮਾਤਮਾ ਮੇਰੇ 'ਤੇ ਕਿਰਪਾ ਕਰੀ, ਮੈਨੂੰ ਦੁਆਵਾਂ ਦੇਈ। ਪਰ ਆਪਾਂ ਪੋਇਮ ਦੇ ਵਿੱਚ ਇਹ ਵੀ ਕਰਿਆ ਸੀ ਕਿ ਉਹ ਪਰਮਾਤਮਾ ਤੋਂ ਕੋਈ ਵੀ ਸੰਸਾਰਿਕ ਜਿਹੜੀ ਵਸਤੂ ਆ ਉਹ ਨਹੀਂ ਮੰਗਦਾ, ਵੀ ਉਹ ਗਿਫਟਸ ਨਹੀਂ ਮੰਗਦਾ, ਗਰੇਸ ਮੰਗਦਾ, ਕਿਰਪਾ ਮੰਗਦਾ, ਉਹ ਗਿਫਟਸ ਨਹੀਂ ਮੰਗਦਾ। ਹੀ ਹੈਜ਼ ਫੁੱਲ ਫੇਥ ਇਨ ਗੋਡ ਐਂਡ ਓਨੈਸਟੀ। ਉਹਨੂੰ ਪੂਰਾ ਭਰੋਸਾ, ਫੇਥ ਦਾ ਮਤਲਬ ਹੁੰਦਾ ਭਰੋਸਾ, ਉਹਨੂੰ ਪੂਰਾ ਭਰੋਸਾ ਹੈ ਪਰਮਾਤਮਾ 'ਤੇ ਅਤੇ ਇਮਾਨਦਾਰੀ 'ਤੇ। ਓਨੈਸਟੀ ਹੁੰਦਾ ਇਮਾਨਦਾਰੀ। ਹੀ ਇਜ਼ ਫਾਰ ਅਵੇ ਫਰੋਮ ਈਵਿਲਸ। ਈਵਿਲਸ ਮਤਲਬ ਹੁੰਦਾ ਬੁਰਾਈਆਂ, ਉਹ ਬੁਰਾਈਆਂ ਤੋਂ ਬਹੁਤ ਜ਼ਿਆਦਾ ਦੂਰ ਹੈ। ਅੱਗੇ ਆ ਗਿਆ ਸਾਡੇ ਕੋਲੇ ਤੀਜਾ ਪ੍ਰਸ਼ਨ, ਰਾਈਟ ਅ ਸਮਰੀ ਆਫ ਦਾ ਪੋਇਮ ਇਨ ਯੂਅਰ ਓਨ ਵਰਡਸ। ਦਿਸ ਪੋਇਮ ਗਿਵਸ ਦਾ ਸੀਕ੍ਰੇਟ ਆਫ ਅ ਹੈਪੀ ਮੈਨਜ਼ ਲਾਈਫ। ਪ੍ਰਸ਼ਨ ਦਾ ਮਤਲਬ ਹੈ ਕਿ ਇੱਕ ਸਮਰੀ ਲਿਖੋ, ਸਾਰ ਅੰਸ਼ ਲਿਖੋ ਇਸ ਕਵਿਤਾ ਦਾ, ਮਤਲਬ ਕਵਿਤਾ ਦਾ ਸਾਰ ਕੀ ਹੈ। ਦਿਸ ਪੋਇਮ ਗਿਵਸ ਦਾ ਸੀਕ੍ਰੇਟ ਆਫ ਅ ਹੈਪੀ ਮੈਨਜ਼ ਲਾਈਫ। ਇਹ ਪੋਇਮ ਜਿਹੜੀ ਉਹ ਰਹੱਸ ਦੱਸਦੀ ਆ, ਉਹ ਸੀਕ੍ਰੇਟ ਦੱਸਦੀ ਆ ਹੈਪੀ ਮੈਨਜ਼ ਦੀ ਲਾਈਫ ਦਾ, ਹੈਪੀ ਮੈਨਜ਼ ਦੀ ਜ਼ਿੰਦਗੀ ਦਾ, ਵੀ ਉਹ ਜਿਹੜਾ ਖੁਸ਼ ਵਿਅਕਤੀ ਆ ਉਹ ਖੁਸ਼ ਕਿਉਂ ਹੈ, ਉਹਦੇ ਪਿੱਛੇ ਰਹੱਸ ਕੀ ਹੈ। ਸੱਚ ਅ ਮੈਨ ਲੀਡਸ ਐਨ ਓਨੈਸਟ ਲਾਈਫ। ਅਜਿਹਾ ਜਿਹੜਾ ਵਿਅਕਤੀ ਹੈ ਉਹ ਇੱਕ ਇਮਾਨਦਾਰੀ ਵਾਲੀ ਲਾਈਫ ਬਤੀਤ ਕਰਦਾ, ਉਹ ਸੱਚਾਈ ਦੇ ਰਾਹ 'ਤੇ ਚੱਲਦਾ। ਹੀ ਇਜ਼ ਜੈਲੀਅਸ ਆਫ ਨਨ। ਜੈਲੀਅਸ ਦਾ ਮਤਲਬ ਹੁੰਦਾ ਈਰਖਾ ਕਰਨੀ। ਉਹ ਕਿਸੇ ਦੀ ਵੀ ਈਰਖਾ ਨਹੀਂ ਕਰਦਾ, ਚਾਹੇ ਕੋਈ ਤਰੱਕੀ ਕਰ ਰਿਹਾ, ਕਿੰਨੀ ਵੀ ਤਰੱਕੀ ਕਰ ਰਿਹਾ, ਉਹਨੂੰ ਇਸ ਪ੍ਰਤੀ ਕੋਈ ਜਲਨ ਨਹੀਂ ਹੁੰਦੀ, ਕੋਈ ਈਰਖਾ ਨਹੀਂ ਹੁੰਦੀ। ਹੀ ਇਜ਼ ਕੰਟੈਂਟ ਵਿਦ ਵਟ ਐਵਰ ਲਿਟਲ ਹੀ ਹੈਜ਼। ਉਹਦੇ ਕੋਲ ਚਾਹੇ ਕਿੰਨਾ ਵੀ ਥੋੜ੍ਹਾ ਕੁਛ ਹੈਗਾ ਉਹ ਉਹਦੇ ਵਿੱਚ ਹੀ ਸੰਤੁਸ਼ਟ ਹੈ। ਹੀ ਇਜ਼ ਨਾਟ ਅ ਸਲੇਵ ਆਫ ਪੈਸ਼ਨਸ। ਸਲੇਵ ਹੁੰਦਾ ਗੁਲਾਮ, ਪੈਸ਼ਨਸ ਮਤਲਬ ਹੁੰਦਾ ਜਨੂੰਨ ਜਾਂ ਸਾਡੀਆਂ ਇੱਛਾਵਾਂ, ਕੰਮ ਕਰਨ ਦੀਆਂ ਇੱਛਾਵਾਂ। ਉਹ ਆਪਦੀਆਂ ਇੱਛਾਵਾਂ ਜਿਹੜੇ ਉਹਦੇ ਜਨੂੰਨ ਨੇ ਉਹਨਾਂ ਦਾ ਗੁਲਾਮ ਨਹੀਂ ਹੈਗਾ। ਹੀ ਫੋਲੋਜ਼ ਦਾ ਪਾਥ ਆਫ ਗੁੱਡਨੈਸ। ਗੁੱਡਨੈਸ ਮਤਲਬ ਹੁੰਦਾ ਸੱਚਾਈ, ਚੰਗਿਆਈ, ਮਤਲਬ ਉਹ ਚੰਗਿਆਈ ਦਾ ਰਸਤੇ 'ਤੇ ਚੱਲਦਾ, ਸੱਚਾਈ ਦੇ ਰਸਤੇ 'ਤੇ ਚੱਲਦਾ। ਹੋਰ ਵੀ ਤੁਸੀਂ ਆਪਣੇ ਕੋਲੋਂ ਪੋਇਮ ਤੁਸੀਂ ਪੜ੍ਹੀ ਹੈ, ਸਾਰੀ ਸਮਝੀ ਆ, ਕਿੰਨੀਆਂ ਵੀ ਲਾਈਨਸ, ਕਿੰਨਾ ਵੀ ਹੋਰ ਕੁਝ ਇਹਦੇ ਵਿੱਚ ਐਡ ਕਰ ਸਕਦੇ ਹੋ। ਅੱਗੇ ਆ ਗਿਆ, ਐਕਸਪਲੇਨ ਦਾ ਲਾਈਨਸ ਹੂਜ਼ ਆਰਮਰ
ਇੱਥੇ ਐਮ ਔਰ ਨਹੀਂ ਆਰਮੋਰ ਆਊਗਾ, ਏ ਆਰ ਤੁਸੀਂ ਪੋਇਮ ਦੇ ਵਿੱਚ ਵੀ ਪੜ੍ਹਿਆ ਸੀ, ARMOUR ਇਜ਼ ਓਨੈਸਟ ਥਾਟ ਐਂਡ ਸਿੰਪਲ ਟਰੁੱਥ ਹਿਜ਼ ਐਟਮੋਸਟ ਸਕਿੱਲ, ਐਲਮੋਸਟ ਨਹੀਂ ਐਟਮੋਸਟ। ਆਰਮਰ ਆਪਾਂ ਕੀ ਪੜ੍ਹਿਆ ਸੀ, ਕਵਚ, ਹਥਿਆਰ ਜਿਹਦੋਂ ਜਿਹੜੇ ਆਪਾਂ ਨੂੰ ਸੁਰੱਖਿਅਤ ਰੱਖਦੇ ਨੇ ਜਾਂ ਕਿਸੇ ਤੋਂ ਬਚਾਉਂਦੇ ਨੇ। ਤੇ ਆਪਾਂ ਅਟਮੋਸਟ ਪੜ੍ਹਿਆ ਸੀ ਸਭ ਤੋਂ ਵੱਡਾ। ਸਕਿੱਲ ਕੀ ਹੁੰਦਾ, ਗੁਣ। ਹੁਣ ਇਹ ਲਾਈਨਾਂ ਆਪਾਂ ਕਵਿਤਾ 'ਚ ਵੀ ਪੜ੍ਹੀਆਂ ਸੀ, ਉੱਥੇ ਵੀ ਵਿਆਖਿਆ ਕੀਤੀ ਸੀ, ਇੱਥੇ ਆਪਾਂ ਦੁਬਾਰਾ ਕਰ ਲੈਂਦੇ ਹਾਂ। In these lines the poet says that the armor of a happy man is his honest thinking। ਉਹ ਕਹਿੰਦਾ ਜਿਹੜਾ ਖੁਸ਼ ਆਦਮੀ ਹੈ, ਖੁਸ਼ ਵਿਅਕਤੀ ਹੈ, ਉਹਦੇ ਹਥਿਆਰ, ਉਹਦਾ ਕਵਚ ਆ ਜਿਹੜਾ, ਉਹ ਆ ਉਹਦੀ ਇਮਾਨਦਾਰੀ ਵਾਲੀ ਸੋਚ, ਉਹਦੀ ਇਮਾਨਦਾਰ ਸੋਚ, ਉਹ ਜਿਹੜੇ ਸੱਚਾਈ ਦੇ ਰਾਸਤੇ 'ਤੇ ਚੱਲਦਾ, ਉਹੀ ਉਹਦਾ ਅਸਲੀ ਹਥਿਆਰ ਹੈ। ਐਂਡ ਹਿਜ਼ ਅਟਮੋਸਟ ਸਕਿੱਲ ਇਜ਼ ਹਿਜ਼ ਸਿੰਪਲ ਟਰੁੱਥ। ਉਹਦਾ ਜਿਹੜਾ ਅਟਮੋਸਟ ਸਕਿੱਲ ਹੈ, ਸਭ ਤੋਂ ਵੱਡਾ ਜਿਹੜਾ ਉਹਦਾ ਗੁਣ ਹੈ, ਉਹ ਆ ਸੱਚਾਈ, ਸੱਚਾਈ ਦੇ ਰਾਹ 'ਤੇ ਚੱਲਣਾ, ਇਹੀ ਉਹਦਾ ਸਭ ਤੋਂ ਵੱਡਾ ਗੁਣ ਹੈ। ਇਟ ਮੀਨਸ ਦੈਟ ਅ ਮੈਨ ਹੂ ਇਜ਼ ਓਨੈਸਟ ਐਂਡ ਟਰੁਥਫੁਲ ਇਜ਼ ਆਲਵੇਜ਼ ਹੈਪੀ। ਇਹਦਾ ਮਤਲਬ ਜਿਹੜਾ ਵਿਅਕਤੀ ਇਮਾਨਦਾਰ ਹੈ ਅਤੇ ਸੱਚਾਈ ਦੇ ਰਾਹ 'ਤੇ ਚੱਲਦਾ ਅਤੇ ਸੱਚਾ, ਉਹ ਹਮੇਸ਼ਾ ਖੁਸ਼ ਰਹਿੰਦਾ ਹੈ। ਅੱਗੇ ਆ ਗਿਆ ਸਾਡੇ ਕੋਲੇ, ਹਾਊ ਡਜ਼ ਅ ਰਿਲੀਜੀਅਸ ਬੁੱਕ ਔਰ ਅ ਫਰੈਂਡ ਗਿਵ ਹੈਪੀਨੈਸ। ਇੱਕ ਧਾਰਮਿਕ ਗ੍ਰੰਥ ਜਾਂ ਇੱਕ ਦੋਸਤ ਸਾਨੂੰ ਖੁਸ਼ੀ ਕਿਵੇਂ ਦਿੰਦਾ ਹੈ। ਅ ਰਿਲੀਜੀਅਸ ਬੁੱਕ ਇਜ਼ ਲਾਈਕ ਅ ਫਰੈਂਡ ਐਂਡ ਅ ਫਰੈਂਡ ਇਜ਼ ਲਾਈਕ ਅ ਰਿਲੀਜੀਅਸ ਬੁੱਕ। ਹੁਣ ਉਹ ਕਹਿੰਦਾ ਜਿਹੜੀ ਇੱਕ ਧਾਰਮਿਕ ਪੁਸਤਕ ਆ, ਧਾਰਮਿਕ ਕਿਤਾਬ ਆ, ਉਹ ਇੱਕ ਸਾਡੇ ਲਈ ਦੋਸਤ ਦੇ ਵਾਂਗ ਹੁੰਦੀ ਹੈ, ਅਤੇ ਜਿਹੜਾ ਇੱਕ ਚੰਗਾ ਦੋਸਤ ਆ ਉਹ ਸਾਡੇ ਲਈ ਇੱਕ ਧਾਰਮਿਕ ਪੁਸਤਕ ਵਰਗਾ ਹੁੰਦਾ। ਮਤਲਬ ਦੋਨੇ ਇੱਕ ਦੂਜੇ ਵਰਗੇ ਹੋ ਗਏ। ਕਿਉਂ ਹੋ ਗਏ? ਬੋਥ ਆਫ ਦੈਮ ਕੀਪ ਅਸ ਔਨ ਦਾ ਰਾਈਟ ਪਾਥ। ਉਹ ਕਹਿੰਦਾ ਦੋਨੇ ਹੀ ਸਾਨੂੰ ਸਹੀ ਰਾਹ 'ਤੇ ਚੱਲਣ ਵਾਸਤੇ ਕਹਿੰਦੇ ਨੇ, ਜਾਂ ਸਾਨੂੰ ਸਹੀ ਰਸਤੇ 'ਤੇ ਰੱਖਦੇ ਨੇ, ਜਾਂ ਸਾਨੂੰ ਸਹੀ ਰਸਤਾ ਦਿਖਾਉਂਦੇ ਨੇ। ਚੰਗਾ ਦੋਸਤ ਹੋ ਗਿਆ, ਚਾਹੇ ਧਾਰਮਿਕ ਕਿਤਾਬ ਹੋ ਗਈ, ਉਹ ਸਾਨੂੰ ਸਹੀ ਮਾਰਗ ਆ, ਜਿਹੜਾ ਸੱਚਾ ਮਾਰਗ ਆ, ਉਹ ਦਿਖਾਉਂਦੇ ਨੇ। ਦੇ ਸਟੈਂਡ ਬਾਏ ਅਸ ਇਨ ਆਰ ਲੋਨਲੀਨੈਸ। ਹੁਣ ਜਦੋਂ ਵੀ ਅਸੀਂ ਕਦੇ ਇਕੱਲੇ ਹੁੰਦੇ ਹਾਂ ਤਾਂ ਉਹ ਹਮੇਸ਼ਾ ਸਾਡੇ ਨਾਲ ਆ ਕੇ ਖੜ੍ਹੇ ਹੁੰਦੇ ਨੇ। ਲੋਨਲੀਨੈਸ ਮਤਲਬ ਹੁੰਦਾ ਇਕੱਲਾਪਣ। ਦੇ ਗਿਵ ਅਸ ਹੈਪੀਨੈਸ ਆਫ ਪਿਓਰੈਸਟ ਕਾਈਂਡ। ਉਹ ਸਾਨੂੰ ਜਿਹੜੀ ਸੱਚੀ ਖੁਸ਼ੀ ਹੈ ਉਹ ਪ੍ਰਦਾਨ ਕਰਦੇ ਨੇ। ਚਾਹੇ ਧਾਰਮਿਕ ਪੁਸਤਕ ਹੋਵੇ, ਚਾਹੇ ਇੱਕ ਸੱਚਾ ਦੋਸਤ ਹੋਵੇ, ਉਹਨਾਂ ਨਾਲ ਰਹਿ ਕੇ ਸਾਨੂੰ ਇੱਕ ਅਸਲ ਖੁਸ਼ੀ, ਜਿਹੜੀ ਸੱਚੀ ਖੁਸ਼ੀ ਆ, ਉਹ ਪ੍ਰਾਪਤ ਹੁੰਦੀ ਆ। ਅਗਲਾ ਪ੍ਰਸ਼ਨ ਆ ਗਿਆ, ਹਾਊ ਡਜ਼ ਅ ਕੰਟੈਂਟਡ ਮੈਨ ਹੈਵ ਆਲ ਵਿਦਾਊਟ ਹੈਵਿੰਗ ਨਥਿੰਗ। ਉਹ ਕਹਿੰਦਾ ਇੱਕ ਸੰਤੁਸ਼ਟ ਵਿਅਕਤੀ ਹੈ ਜਿਹੜਾ, ਉਹਦੇ ਕੋਲੇ ਸਾਰਾ ਕੁਝ ਕਿਵੇਂ ਹੁੰਦਾ, ਚਾਹੇ ਉਹਦੇ ਕੋਲ ਕੁਝ ਵੀ ਨਾ ਹੋਵੇ। ਆਪਾਂ ਪੋਇਮ 'ਚ ਲਾਸਟ 'ਤੇ ਵੀ ਪੜ੍ਹਿਆ ਸੀ, ਅ ਕੰਟੈਂਟਡ ਮੈਨ ਹੈਜ਼ ਨੋ ਹੋਪ ਟੂ ਰਾਈਜ਼ ਔਰ ਫੀਅਰ ਟੂ ਫਾਲ। ਉਹ ਕਹਿੰਦਾ ਜਿਹੜਾ ਸੰਤੁਸ਼ਟ ਵਿਅਕਤੀ ਹੈ, ਸੰਤੁਸ਼ਟ ਆਦਮੀ ਹੈ, ਉਹਨੂੰ ਨਾ ਤਾਂ ਇਹ ਇੱਛਾ ਹੁੰਦੀ ਹੈ ਕਿ ਉਹਨੇ ਉੱਚਾ ਉੱਠਣਾ ਗਾ ਜਾਂ ਵੱਧ ਤੋਂ ਵੱਧ ਕੁਝ ਪ੍ਰਾਪਤ ਕਰਨਾ, ਨਾ ਉਹਨੂੰ ਇਸ ਚੀਜ਼ ਦਾ ਡਰ ਹੁੰਦਾ ਵੀ ਉਹ ਥੱਲੇ ਨਾ ਡਿੱਗ ਜੇ ਜਾਂ ਜ਼ਿੰਦਗੀ 'ਚ ਫੇਲ ਨਾ ਹੋ ਜੇ। ਨੋ ਹੋਪ ਟੂ ਰਾਈਜ਼ ਔਰ ਫੀਅਰ ਟੂ ਫਾਲ। ਡਿੱਗਣ ਦਾ ਡਰ ਨਹੀਂ, ਉੱਚਾ ਉੱਠਣ ਦੀ ਕੋਈ ਇੱਛਾ ਨਹੀਂ। ਹੀ ਇਜ਼ ਕੰਟੈਂਟ ਵਿਦ ਵਾਟ ਐਵਰ ਲਿਟਲ ਹੀ ਹੈਜ਼। ਜਿੰਨਾ ਕੁ ਘੱਟ ਉਹਦੇ ਕੋਲ ਹੈਗਾ, ਓਨੇ 'ਚ ਹੀ ਉਹ ਸੰਤੁਸ਼ਟ ਹੈ। ਹੀ ਮੇ ਨਾਟ ਬੀ ਦਾ ਮਾਸਟਰ ਆਫ ਲੈਂਡਸ ਬਟ ਹੀ ਇਜ਼ ਦਾ ਮਾਸਟਰ ਆਫ ਹਿਜ਼ ਡਿਜ਼ਾਇਰਸ। ਚਾਹੇ ਉਹ ਜ਼ਮੀਨਾਂ ਦਾ ਮਾਲਕ ਨਾ ਹੋਵੇ, ਪਰ ਉਹ ਆਪਦੀਆਂ ਇੱਛਾਵਾਂ ਦਾ ਮਾਲਕ ਜ਼ਰੂਰ ਹੈ ਅਤੇ ਆਪਣੇ ਆਪ ਦਾ ਮਾਲਕ ਜ਼ਰੂਰ ਹੈ। ਹੁਣ ਜਦੋਂ ਆਪਾਂ ਆਪਣੀਆਂ ਇੱਛਾਵਾਂ ਦੀ ਮਾਲਕ ਬਣ ਗਏ ਤਾਂ ਸਾਡੇ ਕੋਲ ਸਾਰਾ ਕੁਛ ਹੀ ਆ ਗਿਆ। ਅਸੀਂ ਖੁਸ਼ ਰਵਾਂਗੇ ਅਤੇ ਜ਼ਿੰਦਗੀ 'ਚ ਖੁਸ਼ ਹੋਣਾ, ਇਹਦਾ ਮਤਲਬ ਉਸ ਵਿਅਕਤੀ ਨੇ ਹਰ ਕੁਛ ਪਾ ਲਿਆ, ਚਾਹੇ ਉਹਦੇ ਕੋਲ ਕੁਝ ਵੀ ਨਹੀਂ ਹੈਗਾ। ਦਸ ਹੀ ਬਿਕਮਸ ਦਾ ਮਾਸਟਰ ਆਫ ਆਲ। ਇਸ ਲਈ ਉਹ ਸਾਰਿਆਂ ਦਾ ਮਾਸਟਰ ਬਣ ਜਾਂਦਾ, ਹਰ ਇੱਕ ਦਾ ਮਾਲਕ ਬਣ ਜਾਂਦਾ। ਦੋ ਹੀ ਮੇ ਨਾਟ ਹੈਵ ਐਨੀਥਿੰਗ। ਭਾਵੇਂ ਉਹਦੇ ਕੋਲ ਕੁਛ ਵੀ ਨਾ ਹੋਵੇ, ਭਾਵੇਂ ਉਹਦੇ ਪੱਲੇ ਕੁਛ ਵੀ ਨਾ ਹੋਵੇ, ਪਰ ਫਿਰ ਵੀ ਉਹ ਹਰ ਚੀਜ਼ ਦਾ ਮਾਲਕ ਬਣ ਜਾਂਦਾ। ਕਿਉਂਕਿ ਜਿਹਨੇ ਖੁਸ਼ੀ ਪਾਲੀ, ਉਹਦਾ ਮਤਲਬ ਉਹਨੇ ਸਾਰਾ ਕੁਝ ਪਾ ਲਿਆ। ਮਨ ਜੀਤੇ ਜਗ ਜੀਤ। ਜਿਹਨੇ ਮਨ ਜਿੱਤ ਲਿਆ, ਆਪਦੀਆਂ ਇੱਛਾਵਾਂ ਜਿੱਤ ਲਈਆਂ, ਉਹਨੇ ਸਾਰਾ ਕੁਝ ਹੀ ਜਿੱਤ ਲਿਆ। ਹਾਊ ਡਜ਼ ਅ ਮੈਨ ਬਿਕਮ ਰੀਅਲੀ ਹੈਪੀ। ਜਿਹੜਾ ਇੱਕ ਆਦਮੀ ਹੈ ਉਹ ਅਸਲ ਦੇ ਵਿੱਚ ਖੁਸ਼ ਕਿਵੇਂ ਹੁੰਦਾ। ਅ ਮੈਨ ਕੈਨ ਬਿਕਮ ਰੀਅਲੀ ਹੈਪੀ ਬਾਏ ਬਿਕਮਿੰਗ ਓਨੈਸਟ, ਟਰੁਥਫੁਲ ਐਂਡ ਸਿੰਸੀਅਰ। ਉਹ ਇਮਾਨਦਾਰ ਹੋ ਕੇ, ਸੱਚਾ ਹੋ ਕੇ ਅਤੇ ਸਿੰਸੀਅਰ ਹੋ ਕੇ ਖੁਸ਼ ਰਹਿ ਸਕਦਾ। ਜੇ ਇੱਕ ਆਦਮੀ ਇਹ ਖੂਬੀਆਂ ਆਪਦੇ 'ਚ ਲੈ ਆਵੇ ਤਾਂ ਉਹ ਖੁਸ਼ ਹੋ ਸਕਦਾ। ਹੀ ਸ਼ੁੱਡ ਬੀ ਫਰੀ ਫਰੋਮ ਸਲੇਵਰੀ। ਸਲੇਵਰੀ ਹੁੰਦਾ ਗੁਲਾਮੀ। ਉਹ ਕਿਸੇ ਦੀ ਗੁਲਾਮੀ ਤੋਂ ਫਰੀ ਹੋਵੇ, ਆਜ਼ਾਦ ਹੋਵੇ। ਫਲੈਟਰੀ ਐਂਡ ਜੈਲਸੀ। ਜੈਲਸੀ ਹੁੰਦਾ ਈਰਖਾ, ਅਤੇ ਈਰਖਾ ਤੋਂ ਵੀ ਦੂਰ ਰਹੇ। ਹੀ ਸ਼ੁੱਡ ਆਲਵੇਜ਼ ਥਿੰਕ ਆਫ ਡੂਇੰਗ ਵੈਲ ਫॉर ਅਦਰਸ। ਉਹਨੂੰ ਹਮੇਸ਼ਾ ਕਿਸੇ ਦਾ ਚੰਗਾ, ਕਿਸੇ ਦਾ ਭਲਾ ਕਰਨ ਬਾਰੇ ਹੀ ਸੋਚਣਾ ਚਾਹੀਦਾ।
ਅਬਵ ਆਲ ਹੀ ਸ਼ੁੱਡ ਹੈਵ ਫੁੱਲ ਫੇਥ ਇਨ ਗੋਡ ਐਂਡ ਸ਼ੁੱਡ ਪ੍ਰੇ ਟੂ ਹਿਮ ਡੇਲੀ। ਇਹਨਾਂ ਸਾਰਿਆਂ ਤੋਂ ਬਿਨਾਂ ਉਹਨੂੰ ਪਰਮਾਤਮਾ 'ਤੇ ਪੂਰਾ ਭਰੋਸਾ ਹੋਣਾ ਚਾਹੀਦਾ ਅਤੇ ਹਰ ਰੋਜ਼ ਉਹਨੂੰ ਪਰਮਾਤਮਾ ਦੀ ਪ੍ਰਾਰਥਨਾ, ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਆ। ਜੇ ਇਹ ਸਾਰੀਆਂ ਖੂਬੀਆਂ ਉਹ ਆਪਦੇ 'ਚ ਲੈ ਆਊਗਾ, ਇਹ ਸਾਰੇ ਕੰਮ ਉਹ ਕਰੂਗਾ ਤਾਂ ਉਹ ਖੁਸ਼ ਹੋ ਜਾਊਗਾ। ਇਹ ਸੀਗੇ ਆਪਣੇ ਸਾਰੇ ਪ੍ਰਸ਼ਨ ਉੱਤਰ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਰੇ ਸਮਝ ਆ ਗਏ ਹੋਣਗੇ। ਇਹਨਾਂ ਨੂੰ ਸਾਫ਼-ਸਾਫ਼ ਕਰਕੇ ਆਪਣੀ ਕਾਪੀ 'ਤੇ ਵੀ ਤੁਸੀਂ ਨੋਟ ਕਰ ਲੈਣਾ।